ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਸਾਰੇ ਉਸ ਅਕਾਲ ਪੁਰਖ ਦੀ ਰਜ਼ਾ 'ਚ ਹੋਊਗੇ। ਇਹ ਵੀ ਆਸ ਕਰਦੇ ਹਾਂ ਕਿ ਸਾਰੇ ਆਪੋ ਆਪਣੀ ਥਾਂ ਤੇ ਆਪਣੇ ਆਪਣੀ ਕਿਰਤ ਕਮਾਈ ਪਰਿਵਾਰ 'ਚ ਰਹਿੰਦਿਆਂ ਗੁਰਬਾਣੀ ਨਾਲ ਡੂੰਘੀ ਸਾਂਝ ਪਾ ਰਹੇ ਹੋ, ਕਿਉਂਕਿ ਰੈਗੂਲਰ ਆਪਾਂ ਇਹ ਸਮਾਂ ਦੇ ਰਹੇ ਹਾਂ ਲਗਾਤਾਰ। ਅੱਜ ਆਪਾਂ ਪਦਾ ਨੰਬਰ 32 ਦੀ ਵਿਚਾਰ ਕਰਨੀ ਹੈ। ਪਿੱਛੇ ਆਪਾਂ ਵਿਚਾਰ ਕੇ ਆਏ ਸੀ ਚਾਰ ਪਦੇ ਜਿਹੜੇ ਨੇ ਆਦੇਸ਼ ਦਿਸੇ ਆਦੇਸ਼ ਵਾਲੇ, ਜਿਨ੍ਹਾਂ 'ਚ ਬੜੀਆਂ ਹੀ ਰੌਚਕ ਗੱਲਾਂ ਸਾਡੇ ਸਾਹਮਣੇ ਆਈਆਂ ਔਰ ਸਾਨੂੰ ਉਹਨਾਂ ਦਾ ਖਾਬੂ ਖਿਆਲ ਵੀ ਨਹੀਂ ਸੀ। ਇਸੇ ਤਰ੍ਹਾਂ ਹੁਣ ਆਪਾਂ ਅੱਗੇ ਵਧਦੇ ਹਾਂ। ਪਦਾ ਨੰਬਰ 32 ਤੇ 33 ਦੀ ਵਿਚਾਰ ਅੱਜ ਕਰਾਂਗੇ। ਉਸ ਤੋਂ ਉਪਰੰਤ ਮੈਂ ਪਹਿਲਾਂ ਹੀ ਦੱਸ ਦਿੰਨਾ, ਅੱਜ ਦੀ ਵਿਚਾਰ ਥੋੜੀ ਸ਼ਾਰਟ ਹੋਏਗੀ। ਉਹਦਾ ਰੀਜ਼ਨ ਇਹ ਹੈ ਕਿ ਅੱਗੇ ਫਿਰ ਅਸੀਂ ਖੰਡਾਂ ਦੀ ਗੱਲ ਸ਼ੁਰੂ ਕਰਨੀ ਹੈ, ਜਿਹੜੇ ਚਾਰ ਖੰਡ ਨੇ। ਉਹਦੇ 'ਚ ਵੀ ਬੜੀਆਂ ਤਰਤੀਬਵਾਰ ਸਾਡੇ ਅੱਗੇ ਕਈ ਗੱਲਾਂ ਆਉਣਗੀਆਂ ਜਿਹੜੀਆਂ ਅਸੀਂ ਸੁਣੀਆਂ ਭਾਲੀਆਂ ਹੀ ਨਹੀਂ ਹੋਣੀਆਂ ਪਹਿਲਾਂ। ਇਹ ਸਭ ਗੁਰਬਾਣੀ ਦੀ ਰਿਲੇਟਿਵ ਸਟੱਡੀ ਦਾ ਕਮਾਲ ਹੈ ਔਰ ਇਹ ਅਸੀਂ ਤਿੰਨ ਕੁ ਹਫ਼ਤਿਆਂ ਦੇ ਵਿੱਚ ਜਪ ਬਾਣੀ ਖਤਮ ਹੋ ਜਾਣੀ ਹੈ ਔਰ ਉਹਦੇ ਬਾਅਦ ਅਸੀਂ 2 ਬੈਠਕਾਂ ਲਾਵਾਂਗੇ ਗ੍ਰਾਮਰ ਦੇ ਉੱਤੇ। ਗ੍ਰਾਮਰ ਹੈ, ਲੈਂਗੁਏਜ ਦੀ ਗ੍ਰਾਮਰ ਹੈ, ਲੇਕਿਨ ਗੁਰਬਾਣੀ ਵਿਆਕਰਣ ਕੋਈ ਨਹੀਂ ਹੈ। ਕਿਤਾਬਾਂ ਭਰੀਆਂ ਪਈਆਂ ਨੇ, ਵਿਦਵਾਨਾਂ ਨੇ, ਉਹਨਾਂ ਨੂੰ ਸਲਾਮ ਹੈ, ਸਲੂਟ ਹੈ, ਮਿਹਨਤ ਨੂੰ ਸਲਾਮ ਹੈ ਉਹਨਾਂ ਦੀ ਜਿਹੜੀ ਕੀਤੀ ਹੈ ਉਹਨਾਂ ਨੇ। ਲੇਕਿਨ ਗੁਰਬਾਣੀ ਦੀ ਜਿਹੜੀ ਵਿਆਕਰਣ ਹੈ, ਗੁਰਬਾਣੀ ਵਿਆਕਰਣ ਕੋਈ ਨਹੀਂ ਹੈ। ਗੁਰਬਾਣੀ ਦੀ ਕੁੰਜੀ ਸਿਰਫ ਤੇ ਸਿਰਫ ਗੁਰ ਕੁੰਜੀ ਪਾਹ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਗੁਰਬਾਣੀ ਜੇਕਰ ਖੁੱਲੇਗੀ ਤੇ ਉਹ ਨਾਮ ਦੇ ਅਭਿਆਸ ਦੇ ਨਾਲ, ਸ਼ਬਦ ਦੇ ਨਾਲ ਖੁੱਲੇਗੀ। ਹੋਰ ਕੋਈ ਰਾਸਤਾ ਨਹੀਂ ਹੈ। ਦੁਨੀਆ ਭਰ ਦੀਆਂ ਗ੍ਰਾਮਰਸ ਲੈ ਕੇ ਇਕੱਠੀਆਂ ਕਰ ਲਓ। ਉਹ ਉਧਰ ਜਾਣਾ ਨਹੀਂ ਚਾਹੁੰਦਾ। ਆਪ ਮੈਂ ਇਹ ਸਾਰਾ ਦੇਖ ਚੁੱਕਾ। ਉਧਰ ਉਹ ਦੱਸਦੇ ਕਹਿ ਦਿੰਦੇ ਆ ਜੀ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, 5-6 ਚੀਜ਼ਾਂ ਕਹਿ ਦਿੰਦੇ ਆ ਗ੍ਰਾਮਰ ਦੇ ਵਿੱਚ ਹੀ। ਲੇਕਿਨ ਆਪਾਂ ਇੱਕ ਗੱਲ ਕਰਨੀ ਹੈ ਠੋਸ, ਕਿ ਆਹ ਗੱਲ ਹੈ। ਉਹ ਆਪਾਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ, ਆਪਾਂ ਆਪਣਾ ਮਿਹਨਤ ਕਰੀ ਜਾਓ, ਚੀਜ਼ਾਂ ਆਪਣੇ ਆਪ ਤੁਹਾਡੇ ਅੱਗੇ ਪ੍ਰਗਟ ਹੁੰਦੀਆਂ ਜਾਣਗੀਆਂ। ਪਦਾ ਨੰਬਰ 32, ਇਹ ਜਿਹੜਾ ਪਦਾ ਹੈ, ਇਸ ਪਦੇ ਦੇ ਵਿੱਚ ਟੋਟਲ ਨਾਮ ਜਪਣ ਦਾ ਇਜ਼ਹਾਰ ਹੈ। ਨਾਮ ਜਪਣ ਦਾ, ਜਾਂ ਉਹ ਨਾਮ ਜਪ ਕੇ ਹੋਣਾ ਕੀ ਹੈ ਉਸ ਚੀਜ਼ ਬਾਰੇ ਹੈ। 5 ਤੁਕਾਂ ਨੇ, 5 ਲਾਈਨਸ ਨੇ। ਪੇਜ ਨੰਬਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੇਜ ਨੰਬਰ 7, ਅੰਕ ਨੰਬਰ 7। ਕਹਿੰਦੇ ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ 20। ਇਹ ਜਿਹੜਾ ਦੱਦੇ ਨੂੰ ਦੁਲੈਂਕੜ ਪਾਏ ਹੈ 2, ਇਹਦਾ ਮਤਲਬ ਹੈ ਤੋਂ ਤੱਤਾ ਤੱਤੇ ਨੂੰ ਹੋੜਾ ਤੇ ਉੱਤੇ ਬਿੰਦੀ। ਇੱਕ ਤੋਂ ਜਿਹੜੀਆਂ ਜੀਭਾਂ ਨੇ ਉਹ ਲੱਖ ਹੋ ਜਾਣ। ਇੱਕ ਦੂ, ਇਹ ਵੀ ਇੱਕ ਐਕਸੈਂਟ ਹੈ ਪੰਜਾਬੀ ਦਾ। ਇਦੋਂ ਵੱਧ ਮੈਂ ਹੋਰ ਕੀ ਕਰਾਂ, ਇਦੋਂ ਵੱਧ ਮੈਂ ਖਰਚਾ ਨਹੀਂ ਕਰ ਸਕਦਾ, ਇਦੋਂ ਵੱਧ ਮੈਂ ਮਿਹਨਤ ਨਹੀਂ ਕਰ ਸਕਦਾ। ਇਹ ਵੀ ਇੱਕ ਬੋਲੀ ਹੈ, ਐਕਸੈਂਟ ਹੈ। ਬੋਲੀ ਨਹੀਂ, ਬੋਲੀ ਤੇ ਪੰਜਾਬੀ ਹੈ, ਇੱਕ ਡਾਇਲੈਕਟ ਹੈ।
सो एक दू जीभों लख होए, नासकी आएगा सारा उच्चारण क्योंकि बहुवचन है। एक दू जीभों लख होए, एक जीभ तो ਲੱਖਾਂ ਹੋ ਜਾਣ, ਲੱਖ ਹੋਵੇਂ ਲੱਖ 20 ਤੇ ਲੱਖਾਂ ਤੋਂ 20 ਟਾਈਮਸ ਹੋਰ ਵੱਧ ਜਾਣ, 20 ਲੱਖ ਟਾਈਮਸ ਲੱਖ ਹੋਵੇਂ ਲੱਖ 20, ਜਿਹੜਾ 1 ਲੱਖ ਹੈ ਉਹ 20 ਟਾਈਮਸ ਹੋਰ ਵੱਧ ਜੇ, 20 ਲੱਖ ਹੋ ਜਾਣ। ਇੱਕ ਦੋ ਜੀਭੋ ਲੱਖ ਹੋਵੇਂ ਲੱਖ 20। ਜੇਕਰ ਮੇਰੀ ਜੀਭ 1 ਲੱਖ ਹੋ ਜੇ ਔਰ 1 ਲੱਖ ਤੋਂ ਵੀ ਵੱਧ ਉਹ 20 ਗੁਣਾ ਹੋਰ ਵੱਧ ਜੇ, 20 ਲੱਖ ਹੋ ਜਾਣ, ਤੇ ਕੰਮ ਕੀ ਕਰਨਾ? ਕੀ ਕੰਮ ਕਰਨਾ? ਇੰਪੋਰਟੈਂਸ ਕਿਹੜੀ ਚੀਜ਼ ਦੀ ਦੱਸੀ ਆ? ਬਈ ਲੈਕਚਰ ਕਰਨੇ ਸ਼ੁਰੂ ਕਰ ਦਈਏ ਜਾਂ ਕਿਤਾਬਾਂ ਲਿਖਣੀਆਂ ਜਾਂ ਡਿਕਟੇਟ ਕਰਨਾ ਲੋਕਾਂ ਨੂੰ ਵੀ ਆਹ ਕੰਮ ਏਦਾਂ, ਆਹ ਕੰਮ ਏਦਾਂ? ਨਹੀਂ, ਕਹਿੰਦੇ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਕਹਿੰਦੇ ਮੈਂ ਸਿਰਫ ਤੇ ਸਿਰਫ ਅਕਾਲ ਪੁਰਖ ਦੇ ਨਾਮ ਦੇ ਲੱਖ ਲੱਖ ਗੇੜੇ ਦਵਾਂ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਮੈਂ ਉਸ ਇੱਕ ਪਰਮਾਤਮਾ ਦੇ ਨਾਮ ਦੇ ਲੱਖ ਲੱਖ ਗੇੜੇ ਦਵਾਂ। ਅੱਛਾ, ਹੁਣ ਜਿਹੜਾ ਅੱਗੇ ਆ ਰਿਹਾ ਕੰਮ ਉਹ ਹੈ ਵਿਸ਼ਰਾਮ, ਜਿਹੜਾ ਥੋੜਾ ਜਿਹਾ ਅਸੀਂ ਦੇਖਣਾ। ਇਹ ਅਸੀਂ ਲੜੀਵਾਰ ਸਟੱਡੀ ਕਰਦੇ ਆ ਰਹੇ ਹਾਂ, ਅੱਖਰ ਜੁੜਵੇਂ ਦੇਖਦੇ ਆ ਰਹੇ ਹਾਂ। ਇਹਨੂੰ ਹੁਣ ਆਪਾਂ ਥੋੜਾ ਜਿਹਾ ਖੋਲ ਕੇ ਦੇਖੀਏ। ਅੱਛਾ ਜੀ, ਆਓ ਅੱਜ ਆਪਾਂ ਇਸ ਤਰ੍ਹਾਂ ਪੜ੍ਹਦੇ ਹਾਂ। ਇੱਕ ਦੋ ਜੀਭੋ ਲੱਖ ਹੋਏ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਜੀਭ ਭਾਵੇਂ 1 ਲੱਖ ਹੋ ਜੇ, ਭਾਵੇਂ 20 ਲੱਖ ਹੋ ਜੇ, ਪਰ ਆਖਣਾ ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਇੱਕ ਨਾਮ ਨੂੰ ਹੈ। ਏਕ ਕੱਕੇ ਨੂੰ ਔਂਕੜ, ਨਾਮ ਮੰਮੇ ਨੂੰ ਔਂਕੜ। ਅੱਛਾ, ਏਤ ਜੇ ਸਿਰਫ ਐਸ ਰਾਹ ਤੇ ਚੱਲਦੇ ਆ, ਏਤ ਤੱਤੇ ਨੂੰ ਔਂਕੜ, ਏਤ ਰਾਹੇ ਪਤ। ਹੁਣ ਸਾਨੂੰ ਇਹਨਾਂ ਨੇ ਸਿਖਾਤਾ ਜੀ ਏਤ ਰਾਹੇ ਪਤ ਪਵੜੀਆ, ਚੜੀਏ ਹੋਏ ਕੀਸ। ਪਰ ਇਹ ਜਿਹੜਾ ਵਿਸਰਾਮ ਆਉਣਾ, ਇੱਕ ਸੈਕਿੰਡ, ਇਹ ਜਿਹੜਾ ਵਿਸਰਾਮ ਆਉਣਾ ਸੀ, ਵਿਸਰਾਮ ਲੱਗਣਾ ਸੀ ਏਤ ਰਾਹੇ ਪਤ, ਏਤ ਰਾਹੇ ਪਤ, ਇੱਥੇ ਇਹਦਾ ਵਿਸਰਾਮ ਆਏਗਾ। ਦੇਖੋ ਅੱਖਰ ਕਿਵੇਂ ਆਪਣੇ ਆਪ ਖੁੱਲਣਗੇ। ਏਤ ਰਾਹੇ ਪਤ, ਇਸ ਰਾਹ ਤੇ ਚੱਲਦਿਆਂ ਹੀ ਇੱਜ਼ਤ ਹੋਏਗੀ। ਇਸ ਰਾਹ ਤੇ ਚੱਲਿਆਂ ਹੀ ਇੱਜ਼ਤ ਹੋਏਗੀ। ਪਵੜੀਆਂ ਚੜ੍ਹੀਏ, ਜਿਉਂ-ਜਿਉਂ ਮਿਹਨਤ ਕਰਦੇ ਜਾਵਾਂਗੇ ਤਿਉਂ-ਤਿਉਂ ਪਰਮਾਤਮਾ ਵਾਲੇ ਪਾਸੇ ਅਸੀਂ ਵੱਧਦੇ ਜਾਵਾਂਗੇ, ਤਿਉਂ-ਤਿਉਂ ਪਰਮਾਤਮਾ ਵਾਲੇ ਪਾਸੇ ਨੂੰ ਸਾਡੀ ਚੜ੍ਹਾਈ ਹੁੰਦੀ ਜਾਏਗੀ। ਇਸ ਮਾਰਗ ਤੇ ਚੱਲਦਿਆਂ ਹੀ ਇੱਜ਼ਤ ਪਤ ਹੈ ਤੇ ਪੌੜੀ ਪੌੜੀ ਚੜ੍ਹ ਕੇ ਪ੍ਰਭੂ ਨਾਲ ਇੱਕ ਮਿਕਤਾ ਹੁੰਦੀ ਹੈ।
ਏ ਤਰਾਹੇ ਪੱਤ, ਇੱਥੇ ਇਹਦਾ ਸਪੇਸ ਆਏਗਾ, ਕਿਉਂਕਿ ਆ ਜਿਹੜੀ ਸਿਹਾਰੀ ਲੱਗੀ ਹੈ ਨਾ, ਇਹ ਉਹ ਲੜੀਵਾਰ ਸਰੂਪ ਦੇ ਵਿੱਚ ਦੱਸਦੀ ਹੈ ਕਿ ਵਿਸਰਾਮ ਕਿੱਥੇ ਆਉਣਾ। ਇੱਥੇ ਹੁਣ ਸਿਹਾਰੀ ਆ ਗਈ, ਏ ਤਰਾਹੇ ਪੱਤ, ਇਸ ਰਾਹ ਤੇ ਚੱਲਿਆਂ ਹੀ ਇੱਜ਼ਤ ਹੈ, ਪਵੜੀਆਂ ਚੜ੍ਹੀ ਹੈ, ਹੌਲੀ ਹੌਲੀ ਇੱਕ ਇੱਕ ਪੌੜੀ ਪਰਮਾਤਮਾ ਵਾਲੇ ਪਾਸੇ ਨੂੰ ਵੱਧਦੇ ਜਾਵਾਂਗੇ, ਜੇਕਰ ਉਹ ਰਾਹ ਤੇ ਚੱਲਾਂਗੇ ਜਿਹੜਾ ਪਿਛਲਾ ਰਾਹ ਦੱਸਿਆ 2 ਲਾਈਨਾਂ ਚ। ਹੋਏ ਕੀਸ, ਤੇ ਇੱਕ ਦਿਨ ਐਸਾ ਆਏਗਾ ਸਾਡੀ ਪੰਜ ਪ੍ਰਵਾਨ ਦੀ ਅਵਸਥਾ ਆ ਜਾਏਗੀ, ਪ੍ਰਭੂ ਨਾਲ ਇੱਕ ਮਿਕਤਾ, ਜੋਤੀ ਮੈਂ ਜੋਤ ਰਲ ਜਾਏਗੀ। ਸਿਰਫ ਇਸ ਰਾਹ ਤੇ ਤੁਰਿਆ, ਹੋਰ ਰਾਹ ਸਿੱਖੀ ਦੇ ਵਿੱਚ, ਗੁਰਬਾਣੀ ਦੇ ਵਿੱਚ ਕੋਈ ਪ੍ਰਵਾਨ ਨਹੀਂ ਕੀਤਾ। ਹੁਣ ਅੱਗੇ ਬੜਾ ਬਈ ਕਹਿੰਦੇ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਜਦੋਂ ਨਾਮ ਜਪਦਿਆਂ ਜਪਦਿਆਂ ਅਨਹਦ ਸ਼ਬਦ ਸੁਣਨ ਦੀ ਅਵਸਥਾ ਦਾ ਜ਼ਿਕਰ ਆਉਂਦਾ, ਤਾਂ ਮਾਇਆ ਦੇ ਕੀੜੇ, ਉਹ ਹੈ ਸਾਕਤ, ਮਨਮੁਖ, ਜਿਹੜੇ ਇਦਾਂ ਦੇ ਬੰਦੇ ਹੁੰਦੇ ਆ, ਮਾੜੇ ਬੰਦੇ ਹੁੰਦੇ ਆ, ਉਹਨਾਂ ਨੂੰ ਵੀ ਨਾਮ ਵਿਗਾਸੀ ਰੂਹਾਂ ਦੀ ਰੀਸ ਕਰਨ ਦਾ ਚਾਅ ਉੱਠਦਾ। ਇੱਕ ਤੇ ਹੁੰਦਾ ਨਾ ਪਿਆਰ ਨਾਲ ਲੱਗੇ ਨਾਮ ਜਪਣ ਵਾਸਤੇ, ਪਰ ਜਿਹੜੇ ਕਿ ਸਾਕਤ ਹੁੰਦੇ ਆ, ਮਨਮੁਖ ਹੁੰਦੇ ਆ, ਉਹਨਾਂ ਵੱਲ ਦੇਖ ਕੇ, ਸੰਗਤ ਦੀ ਗੱਲ ਹੈ ਇੱਥੇ, ਉਹ ਕਹਿੰਦੇ ਨੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ, ਇਹ ਐਗਜ਼ੈਕਟਲੀ ਉਦਾਂ ਹੀ ਜਦੋਂ ਉਹਨਾਂ ਵੱਲ ਦੇਖਦੇ ਆ, ਉਹ ਇੰਨੇ ਪ੍ਰੇਮ ਦੇ ਵਿੱਚ ਨਾਮ ਜਪਦੇ ਆ, ਤੇ ਐਸੇ ਸਾਕਤ ਮਨਮੁਖ ਜਿਹੜੇ ਮਾਇਆ ਚ ਨੇ ਹਲੇ, ਉਹਨਾਂ ਨੂੰ ਵੀ ਉਹਨਾਂ ਅਭਿਆਸੀਆਂ ਦੀ ਰੀਸ ਕਰਨ ਦਾ ਚਾਅ ਉੱਠਦਾ, ਜਾਂ ਉਹ ਰੀਸ ਕਰਨ ਲੱਗ ਜਾਂਦੇ ਨੇ। ਸੰਗਤ ਦੇ ਅਸਰ ਦਾ ਪ੍ਰਭਾਵ ਦੱਸਿਆ ਗਿਆ। ਰੀਸ ਕਰਨ ਦਾ ਮਤਲਬ ਕਾਪੀ ਕਰਨਾ, ਕਿਸੇ ਦੇ ਪੱਗ ਚਿੰਨ੍ਹਾਂ ਤੇ ਤੁਰਨਾ, ਕਿ ਉਹ ਫਲਾਣਾ ਬੰਦਾ ਏਦਾਂ ਕਰਦਾ ਤੇ ਮੈਂ ਵੀ ਏਦਾਂ ਕਰਾਂ। ਇਸੇ ਨੂੰ ਚੇਲਾ ਕਹਿੰਦੇ ਆ। ਚੇਲਾ ਮਤਲਬ ਜੋ ਵੀ ਉਹ ਕੰਮ ਕਰ ਰਿਹਾ ਉਹਨੂੰ ਫੋਲੋ ਕਰਨਾ, ਜਿਹੜਾ ਗੁਰੂ ਕੰਮ ਕਰ ਰਿਹਾ ਉਹਨੂੰ ਫੋਲੋ ਕਰਨਾ, ਜਾਂ ਸੰਗਤ 'ਚ ਜਿਹੜਾ ਕੰਮ ਹੋ ਰਿਹਾ, ਜੇ ਉਹ ਜਿੱਦਾਂ ਆ ਹੁਣ ਇਹਨਾਂ ਨੂੰ ਚਾਅ ਚੜ੍ਹ ਗਿਆ, ਜਿਹੜੇ ਸਾਕਤ ਦੁਰਜਨ ਨੇ, ਇਹ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਮਾਇਆ ਦੇ ਜਿਹੜੇ ਮਾਇਆ ਦੇ ਵਿੱਚ ਨੇ, ਉਹਨਾਂ ਨੂੰ ਆ ਕਿਤੇ ਸਾਕਤ ਕਹਿਤਾ, ਕਿਤੇ ਮਨਮੁਖ ਕਹਿਤਾ, ਕਿਤੇ ਦੁਰਜਨ ਕਹਿਤਾ, ਕਿਤੇ ਕੀੜੇ ਕਹਿ ਕੇ ਵੀ ਸੰਬੋਧਨ ਕੀਤਾ। ਉਹ ਫਿਰ ਮਾਇਆ ਦੇ ਕੀੜੇ। ਸੁਣ ਗੱਲਾਂ ਆਕਾਸ਼ ਕੀ, ਅਨਹਦ ਸ਼ਬਦ, ਅਨਹਦ ਸ਼ਬਦ ਦੀਆਂ ਗੱਲਾਂ ਨੇ। ਸ਼ਬਦ ਦੇ ਸੁਣਨ ਦੀ ਅਵਸਥਾ, ਜਦੋਂ ਉਹ ਅਭਿਆਸੀਆਂ ਨੂੰ ਇੰਨਾ ਰੱਤੇ ਦੇਖਦੇ ਆ, ਤੇ ਉਹ ਮਾਇਆ ਦੇ ਵਿੱਚ ਜਿਹੜੇ ਲੀਨ ਨੇ, ਜਿਹੜੇ ਮਾਇਆ ਦੇ ਵਿੱਚ ਨੇ ਹਲੀ, ਉਹਨਾਂ ਨੂੰ ਵੀ ਚਾਅ ਉੱਠਦਾ ਵੀ ਅਸੀਂ ਵੀ ਆਹ ਕੰਮ ਕਰੀਏ, ਅਸੀਂ ਵੀ ਏਦਾਂ ਦੇ ਬਣੀਏ। ਬਸ ਅੱਗੇ ਹੈ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਨਾਨਕ ਜੋਤ ਆਖਦੀ ਹੈ, ਗੁਰਪ੍ਰਸਾਦ ਤੇ ਰਹਿਮਤ ਦਾ ਸਦਕਾ ਹੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਮਿਲਾਪ ਸੰਭਵ ਹੈ। ਸਾਕਤਾਂ ਦੀ, ਮਨਮੁੱਖਾਂ ਦੀਆਂ ਫੋਕੀਆਂ ਸ਼ੇਖੀਆਂ ਠੁੱਸ ਹੋ ਜਾਂਦੀਆਂ, ਠੁੱਸ, ਠੀਸ।
ਨਦਰੀ ਪਾਈ ਹੈ, ਉਹਦੇ ਗੁਰਪ੍ਰਸਾਦ ਦੇ ਨਾਲ, ਰਹਿਮਤ ਦੇ ਨਾਲ, ਨਦਰ ਦੇ ਨਾਲ ਪ੍ਰਮਾਤਮਾ ਮਿਲਦਾ ਹੈ। ਬਾਕੀ ਜਿੰਨੀਆਂ ਵੀ ਸਾਕਤਾਂ ਦੀਆਂ, ਮਨਮੁੱਖਾਂ ਦੀਆਂ ਫੋਕੀਆਂ ਸ਼ੇਖੀਆਂ ਹੋਣਗੀਆਂ, ਉਹ ਠੁੱਸ ਹੋ ਜਾਣਗੀਆਂ। ਕੂੜੀ ਕੂੜਾ ਠੀਸ। ਇਹ ਹੈ 32 ਨੰਬਰ ਪਦੇ ਦਾ ਆਪਾਂ ਜਿਹੜਾ ਵਿਚਾਰ ਕੀਤਾ। ਇੱਕ ਵਾਰੀ ਫੇਰ ਉਹਨੂੰ ਸਮਰਾਈਜ਼ ਕਰ ਦਿੰਦੇ ਆ। ਇੱਕ ਤੋਂ ਜੀਭੋਂ ਲੱਖ ਹੋਏ, ਲੱਖ ਹੋਏ ਲੱਖ 20। ਇੱਕ ਤੋਂ ਜੀਭੋਂ ਲੱਖ ਹੋ ਜਾਣ, ਲੱਖ ਤੋਂ 20 ਲੱਖ ਹੋ ਜਾਣ। ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਉਹਨਾਂ ਲੱਖਾਂ ਜੇਬਾਂ ਦੇ ਨਾਲ, ਲੱਖਾਂ ਜੀਭਾਂ ਦੇ ਨਾਲ ਇੱਕ ਉਸ ਅਕਾਲ ਪੁਰਖ ਦੇ ਨਾਮ ਨੂੰ ਆਖਿਆ ਜਾਏ। ਇਹ ਤੇਰਾ ਹੈ ਪੱਤ, ਇਸੇ ਰਾਹ ਤੇ ਇੱਜ਼ਤ ਹੈ। ਹੋਰ ਕੀ ਕੰਮ ਹੋਏਗਾ? ਪਵੜੀਆਂ ਚੜੀ ਹੈ ਤਾਂ ਨੂੰ ਚੜਾਈ ਹੋਏਗੀ। ਅਕਾਲ ਪੁਰਖ ਵਾਲੇ ਪਾਸੇ ਸੁਰਤੀ ਸਾਡੀ ਟਰੈਵਲ ਕਰਨਾ ਸ਼ੁਰੂ ਕਰੂ ਤੇ ਇੱਥੋਂ ਤੱਕ ਜਾਊ ਹੋਏ 21। ਉਸ ਅਗੰਮੀ ਜੋਤ ਦੇ ਨਾਲ ਇੱਕ ਮਿਕ ਹੋ ਜਾਏਗੀ। ਤੇ ਇਹ ਚੀਜ਼ਾਂ ਦੇਖ ਕੇ ਅਨਹਦ ਸ਼ਬਦ ਦੀਆਂ ਸੁਣਨ ਦੀ ਜਿਹੜੀ ਗੱਲ ਹੈ, ਸ਼ਬਦ ਦੀ ਧੁਨੀ ਦੀ ਜਿਹੜੀ ਗੱਲ ਹੈ, ਆਕਾਸ਼ੀ ਧੁਨੀਆਂ, ਅਨਹਦ ਧੁਨੀਆਂ, ਇਹ ਦੇਖ ਕੇ ਜਿਹੜੇ ਮਾਇਆ ਦੇ ਵਿੱਚ ਹਲੇ ਨੇ, ਸਾਕਤ ਨੇ, ਉਹਨਾਂ ਨੂੰ ਵੀ ਰੀਸ ਉੱਠਦੀ ਹੈ ਵੀ ਅਸੀਂ ਇਹ ਕੰਮ ਕਰੀਏ। ਪਰ ਨਾਨਕ ਜੋਤ ਕਹਿੰਦੀ ਹੈ ਕਿ ਇਹ ਉਸ ਅਕਾਲ ਪੁਰਖ ਦੀ ਨਜ਼ਰ ਦੇ ਨਾਲ ਹੀ ਸਾਰਾ ਜਿਹੜਾ ਵਰਤਾਰਾ ਵਾਪਰਦਾ ਹੈ, ਉਹਦੀ ਰਹਿਮਤ ਦੇ ਨਾਲ ਵਾਪਰਦਾ ਹੈ, ਉਹਦੇ ਗੁਰਪ੍ਰਸਾਦ ਦੇ ਨਾਲ ਵਾਪਰਦਾ ਹੈ। ਬਾਕੀ ਸਾਕਤਾਂ ਦੀਆਂ, ਮਨਮੁੱਖਾਂ ਦੀਆਂ ਜਿਹੜੀਆਂ ਫੋਕੀਆਂ ਸ਼ੇਖੀਆਂ ਨੇ, ਕੂੜੀ ਕੂੜਾ ਠੀਸ, ਉਹ ਠੁੱਸ ਹੋ ਜਾਂਦੀਆਂ ਨੇ। ਅੱਗੇ ਚਲੀਏ। ਪਦਾ ਨੰਬਰ 33। ਆਖਣ ਜੋਰ ਚੁੱਪੇ ਨਾ ਹਜੋਰ। ਜੋਰ ਨਾ ਮੰਗਣ, ਦੇਣ ਨਾ ਜੋਰ। ਇਹ ਹੈ ਨਾਮ ਜਪ ਕੇ ਹੀ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ। ਹੋਰ ਕੋਈ ਰਾਸਤਾ ਨਹੀਂ ਹੈ। ਹੁਣ ਇਹ ਆਪਾਂ ਕਲੀਅਰ ਕਰਨਾ ਹੈ ਜੋਰ ਦੇ ਬਾਰੇ। ਆਖਣ ਜੋਰ ਚੁੱਪੇ ਨਹਿ ਜੋਰ। ਹੁਣ ਇਹ ਕਹਿੰਦੇ ਆ ਜੀ, ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਇਖਤਿਆਰ ਨਹੀਂ ਹੈ, ਸਾਡਾ ਕੋਈ ਜ਼ੋਰ ਨਹੀਂ ਹੈ। ਜ਼ੋਰ ਇੱਥੇ ਗੜਬੜ ਹੋ ਜਾਂਦੀ ਹੈ, ਕਿਉਂਕਿ ਇਹ ਰਿਲੇਟਿਵ ਸਟੱਡੀ ਨਹੀਂ ਹੈ ਗੁਰਬਾਣੀ ਦੀ। ਇਹ ਜ਼ੋਰ ਲਫ਼ਜ਼ ਬੜਾ ਇੰਪੋਰਟੈਂਟ ਹੈ, ਕਿਉਂਕਿ ਇਹਦਾ ਕਲੀਅਰ ਹੋਣਾ ਬੜਾ ਜ਼ਰੂਰੀ ਹੈ। ਆਪਾਂ ਇਸ ਪਦੇ ਤੇ ਬਾਅਦ ਚ ਆਉਂਦੇ ਹਾਂ। ਇੱਕ ਹੋਰ ਗੱਲ ਕਰਦੇ ਹਾਂ ਇੱਕੋ ਸ਼ਬਦ ਲੈ ਕੇ, ਬਾਕੀ ਸਾਰੇ ਥਾਂ ਤੇ ਸੰਗਤ ਆਪ ਸਟੱਡੀ ਕਰ ਸਕਦੀ ਹੈ। ਹਾਂਜੀ, ਸ਼ਬਦ ਹੈ ਕੋਈ ਜਨ ਹਰਸਿਉ ਦੇਵੈ ਜੋਰ। ਜੇ ਕੋਈ ਜਨ, ਜੇ ਕੋਈ ਉੱਚੀ ਬਿਰਤੀ ਵਾਲਾ, ਉੱਚੀ ਅਵਸਥਾ ਵਾਲਾ ਮੈਨੂੰ ਪਰਮਾਤਮਾ ਦੇ ਨਾਲ, ਸ਼ਬਦ ਦੇ ਨਾਲ ਜੋੜ ਦੇਵੇ। ਜੋੜਨਾ। ਚਰਨ ਗਾਹੋਂ ਬਕੂ ਸੁਭ ਰਸਨਾ, ਦੀਜੈ ਪ੍ਰਾਨ ਕੋ। ਇੰਨੀ ਨਿਮਰਤਾ, ਇੰਨੀ ਗਰੀਬੀ ਹੈ ਕਿ ਉਹਦਾ ਬਹੁਤ ਸਤਿਕਾਰ ਦਿੰਦੇ ਆ ਉਸ ਜਨ ਨੂੰ, ਉਸ ਉੱਚੀ ਬਿਰਤੀ ਵਾਲੇ ਅਭਿਆਸੀ ਨੂੰ, ਉੱਚੀ ਬਿਰਤੀ ਵਾਲੇ ਜਗਿਆਸੂ ਨੂੰ। ਚਰਨ ਗਾਹੋਂ ਬਕੂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਇੱਥੋਂ ਤੱਕ ਕਿ ਮੈਂ ਇਹ ਜਿਹੜੇ ਪ੍ਰਾਣ ਨੇ ਉਸ ਅੱਗੇ ਸਮਰਪਣ ਕਰ ਦਿਆਂ। ਹੁਣ ਪਿੱਛੇ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ,
ਆਖਣ ਜੋਰ ਚੁੱਪੈ ਨਹਿ ਜੋਰ। ਇਹ ਕੀ ਹੈ? ਹੁਣ ਕਹਿੰਦੇ ਨਾਮ ਜਪ ਕੇ ਹੀ, ਆਖ ਕੇ ਹੀ, ਨਾਮ ਨੂੰ ਲੱਖ ਲੱਖ ਗੇੜਾ ਆਖਣ ਦਾ ਜ਼ਿਕਰ ਹੈ ਪਿੱਛੇ। ਆਖ ਕੇ ਹੀ ਉਸ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ। ਚੁੱਪ, ਜੇ ਮੌਨ ਅਵਸਥਾ ਵਿੱਚ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਮੌਨ ਅਵਸਥਾ ਦੇ ਵਿੱਚ ਪ੍ਰਭੂ ਦਾ ਮਿਲਾਪ ਅਸੰਭਵ ਹੈ। ਆਖਣ ਜੋਰ, ਜਿਉਂ-ਜਿਉਂ ਆਖਾਂਗੇ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਤਿਉਂ-ਤਿਉਂ ਉਸ ਪਰਮਾਤਮਾ ਦੇ ਨਾਲ ਜੁੜਾਂਗੇ। ਚੁੱਪੈ ਨਹਿ ਜੋਰ, ਜੇ ਹੁਣ ਕਹੀਏ ਵੀ ਚੁੱਪ ਰਹਿ ਕੇ ਸਰ ਜਾਣਾ, ਉਹ ਫਿਰ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਬੋਲ ਸੋ ਧਰਮੇੜਿਆ, ਮੌਨ ਕਤ ਧਾਰੀ ਰਾਮ। ਇਹ ਵੀ ਸ਼ਬਦ ਹੈ। ਬੋਲ ਸੋ ਧਰਮੇੜਿਆ, ਮੌਨ ਕਤ ਧਾਰੀ ਰਾਮ। ਤੂੰ ਨੇਤਰੀ ਦੇਖ ਚੱਲਿਆ, ਮਾਇਆ ਬਿਵਹਾਰੀ ਰਾਮ। ਚੁੱਪ ਕਹਿੰਦੇ ਕਿਉਂ ਵੱਟੀ ਹੈ? ਉਹ ਪਰਮਾਤਮਾ ਦੀ ਸਿਫਤ ਸਲਾਹ ਕਿਉਂ ਨਹੀਂ ਕਰਦਾ? ਕਹਿੰਦੇ ਆਪਣੀਆਂ ਅੱਖਾਂ ਖੋਲ ਕੇ ਧਿਆਨ ਨਾਲ ਦੇਖ, ਮੇਰਾ ਮਾਇਆ ਦਾ ਵਿਹਾਰ ਕਰਨ ਵਾਲਾ, ਮਾਇਆ 'ਚ ਖਚਤ ਬੰਦਾ ਇੱਥੋਂ ਖਾਲੀ ਹੱਥ ਚਲਾ ਜਾਂਦਾ। ਤੂੰ ਨੇਤਰੀ ਦੇਖ ਚੱਲਿਆ, ਮਾਇਆ ਬਿਵਹਾਰੀ ਰਾਮ। ਸੰਗ ਤੇਰਾ ਕਛ ਨਾ ਚਾਲੈ, ਬਿਨਾ ਗੋਬਿੰਦ ਨਾਮਾ। ਦੇਸ ਵੇਸ ਸਵਰਨ ਰੂਪਾ, ਸਗਲ ਊਣੇ ਕਾਮਾ। ਕਿਸੇ ਕੰਮ ਨੂੰ ਇਕੁਅਲ ਨਹੀਂ ਮੰਨਿਆ ਨਾਮ ਜਪਣ ਦੇ। ਊਣਾ ਕਹਿਤਾ। ਪੁੱਤਰ ਕਲੱਤਰ ਨ ਸੰਗ ਸੋਭਾ, ਹਸਤ ਘੋਰ ਵਿਕਾਰੀ। ਬਿਨਵੰਤ ਨਾਨਕ ਬਿਨ ਸਾਧ ਸੰਗਮ, ਸਭ ਮਿਥਿਆ ਸੰਸਾਰੀ। ਆਜੋ ਹੁਣ ਵਾਪਸ ਇੱਥੇ। ਆਖਣ ਜੋਰ ਚੁੱਪੈ ਨਹਿ ਜੋਰ। ਨਾਮ ਨੂੰ ਆਖ ਆਖ ਕੇ ਹੀ ਉਸ ਪਰਮਾਤਮਾ ਦੇ ਨਾਲ ਜੁੜੀਦਾ। ਚੁੱਪ ਰਹਿ ਕੇ ਉਹਦੇ ਨਾਲ ਨਹੀਂ ਜੁੜਿਆ ਜਾ ਸਕਦਾ। ਚੁੱਪ ਰਹਿਣ ਤੋਂ ਭਾਵ ਇੱਥੇ ਕਿ ਹੋਰ ਕੋਈ ਨਾਮ ਜਪਣ ਤੋਂ ਬਿਨਾਂ ਰਸਤਾ ਨਹੀਂ ਹੈ। ਹੋਰ ਕੋਈ ਕਰਮ ਧਰਮ ਨਹੀਂ ਹੈ। ਜੋਰ ਨਾ ਮੰਗਣ, ਦੇਣ ਨਾ ਜੋਰ। ਅਕਾਲ ਪੁਰਖ ਨਾਲ ਜੁੜਨ ਦੀ ਖੈਰ ਨਹੀਂ ਮਿਲਦੀ। ਜਿਹੜਾ ਆਪਾਂ ਕਹਿੰਦੇ ਆ ਨਾ, ਆਪਾਂ ਬੇਨਤੀਆਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਦੇ ਰੰਗ ਵਿੱਚ ਰੱਤ ਕੇ ਰੱਖੋ, ਸਾਨੂੰ ਜੋੜ ਕੇ ਰੱਖੋ। ਇਹ ਕਹਿ ਕੇ ਨਹੀਂ ਕਹਿੰਦੇ ਸਰਨਾ। ਸਾਫ਼ ਹੈ। ਆਪਾਂ ਡਰੀਏ ਕਿਉਂ? ਕਿਉਂਕਿ ਗੁਰਬਾਣੀ ਸਾਡੇ ਕੋਲ ਹੈ। ਜਿਹੜੀ ਗੱਲ ਕਹਿਣੀ ਹੈ ਬਾਬੇ ਨਾਨਕ ਨੇ ਡੰਕੇ ਦੀ ਚੋਟ ਤੇ ਕਹੀ ਹੈ, ਆਪਾਂ ਵੀ ਉਸੇ ਪੱਗ ਚਿੰਨ੍ਹ ਤੇ ਚੱਲਣਾ ਹੈ। ਆਪਾਂ ਚੇਲੇ ਬਣਨਾ, ਸੇਵਾਦਾਰ ਬਣਨਾ। ਕਹਿੰਦੇ ਜ਼ੋਰ ਨਾ ਮੰਗਣ। ਇਹ ਜਿਹੜਾ ਪ੍ਰਭੂ ਨਾਲ ਜੁੜਨ ਦੀ ਖੈਰ ਮੰਗ ਕੇ ਨਹੀਂ ਲਈ ਜਾ ਸਕਦੀ। ਦੇਣ ਨਾ ਜ਼ੋਰ, ਕਹਿੰਦੇ ਦਾਨ ਕਰਕੇ ਵੀ ਪ੍ਰਭੂ ਨਾਲ ਜੁੜਿਆ ਨਹੀਂ ਜਾ ਸਕਦਾ। ਦੇਣ ਨਾ ਜ਼ੋਰ, ਜਿੰਨਾ ਮਰਜ਼ੀ ਦੇਈ ਜਾਓ, ਕਹਿੰਦੇ ਅਕਾਲ ਪੁਰਖ ਨਾਲ ਨਹੀਂ ਜੁੜਿਆ ਜਾ ਸਕਦਾ। ਠੀਕ ਹੈ ਜੀ। ਅੱਗੇ ਕਹਿੰਦੇ ਜੋਰ ਨਾ ਜੀਵਨ, ਮਰਨ ਨਾ ਜੋਰ। ਜੀਂਦੇ ਜੀ ਬਿਨਾਂ ਨਾਮ ਦੇ ਪ੍ਰਭੂ ਨਾਲ ਜੁੜਿਆ ਹੀ ਨਹੀਂ ਜਾ ਸਕਦਾ। ਮਰਨ ਉਪਰੰਤ ਵੀ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਜੋਰ ਨਾ ਜੀਵਨ, ਜੋੜ ਇੱਥੇ ਰਾਰੇ ਨੂੰ ਔਂਕੜ ਹੈ। ਜੁੜਨਾ, ਅਕਾਲ ਪੁਰਖ ਦੇ ਨਾਲ ਜੁੜਨਾ, ਬਸ ਇਹਦਾ ਹੋਰ ਕੋਈ ਅਰਥ ਨਹੀਂ ਹੈ। ਕੋਈ ਜਨ ਹਰਸਿਓ ਦੇਵੈ ਜੋਰ, ਉੱਥੇ ਜੋਰ ਲਿਖਿਆ। ਇਹ ਵੀ ਇੱਕ ਡਾਇਲੈਕਟ ਹੈ। ਕਈ ਹੁਣ ਬੋਲੀਆਂ ਨੇ ਉੱਥੇ ਕਹਿੰਦੇ ਆ ਜੀ ਸ਼ੋਰ ਪੈ ਰਿਹਾ ਬਹੁਤ, ਪਰ ਅਸਲ 'ਚ ਲਫ਼ਜ਼ ਹੈ ਸ਼ੋਰ ਪੈ ਰਿਹਾ, ਰੌਲਾ ਪੈ ਰਿਹਾ। ਏਦਾਂ ਹੀ ਇੱਥੇ ਜੋਰ ਲਿਖਿਆ। ਜੋਰ ਹੈ ਜੁੜਨਾ। ਕੋਈ ਜਨ ਹਰਸਿਓ ਦੇਵੈ ਜੋਰ। ਜੋਰ ਮਤਲਬ ਜੋੜ, ਮੈਨੂੰ ਉਸ ਪਰਮਾਤਮਾ ਦੇ ਨਾਲ ਜੋੜ ਦੇ।
ਇਹਦਾ ਇੱਕੋ ਇੱਕ ਤਰੀਕਾ ਹੈ, ਉਹ ਨਾਮ ਨੂੰ ਕਹਿਣਾ ਪਏਗਾ। ਆਖਣੇ ਜ਼ੋਰ ਨਾਮ ਪਿੱਛੇ ਆਇਆ ਇਹਦੇ ਪਿੱਛੇ ਆਪਾਂ ਵਿਚਾਰ ਕੇ ਆਏ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇੱਕ ਦੋ ਜੀਬੋ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਇਸ ਤੋਂ ਸਿਵਾਏ ਕੋਈ ਰਾਹ ਨਹੀਂ ਹੈ। ਇਸ ਕਰਕੇ ਉੱਥੇ ਕਹਿ ਦਿੱਤਾ, ਇਹ ਜੇ ਪ੍ਰਭੂ ਨਾਲ ਜੁੜਨਾ ਹੈ, ਪਰਮਾਤਮਾ ਨਾਲ ਜੁੜਨਾ ਹੈ, ਤੇ ਉਹ ਰਸਤਾ ਕੇਵਲ ਤੇ ਕੇਵਲ ਨਾਮ ਨੂੰ ਆਖਣ ਦਾ ਹੀ ਹੈ। ਚੁੱਪੈ ਨਾ ਹੰਜੋਰ, ਹੋਰ ਕੋਈ ਰਾਸਤਾ ਪ੍ਰਵਾਨ ਨਹੀਂ ਹੈ। ਇਹਨੂੰ ਚੁੱਪ ਕਰਕੇ ਕਹਿ ਲਓ, ਇਹਨੂੰ ਪਾਠ ਕਰਮ ਧਰਮ ਕਹਿ ਲਓ, ਮੌਨ ਅਵਸਥਾ ਕਹਿ ਲਓ। ਇਸ ਅਵਸਥਾ ਦੇ ਵਿੱਚ ਅਕਾਲ ਪੁਰਖ ਦੇ ਨਾਲ ਜੁੜਨਾ ਅਸੰਭਵ ਹੈ। ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਹੁਣ ਜੇ ਮਿਹਨਤ ਨਾ ਕਰੀਏ ਤੇ ਬੇਨਤੀਆਂ ਹੀ ਕਰੀ ਜਾਈ ਵੀ ਪ੍ਰਮਾਤਮਾ ਸਾਨੂੰ ਜੋੜੋ, ਪ੍ਰਮਾਤਮਾ ਸਾਨੂੰ ਜੋੜੋ, ਕਹਿੰਦੇ ਉਹ ਵੀ ਪੋਸੀਬਲ ਨਹੀਂ ਹੈ। ਜਿੰਦੇ ਜੀ ਬਿਨਾਂ ਨਾਮ ਦੇ ਪ੍ਰਭੂ ਨਾਲ ਜੁੜਿਆ ਨਹੀਂ ਜਾ ਸਕਦਾ। ਇਹਦੀ ਖੈਰ ਨਹੀਂ ਮਿਲਦੀ, ਪ੍ਰਭੂ ਨਾਲ ਜੁੜਨ ਦੀ ਖੈਰ ਨਹੀਂ ਮਿਲਦੀ। ਦਾਨ ਕਰਕੇ ਵੀ ਉਹਦੇ ਨਾਲ ਜੁੜਿਆ ਨਹੀਂ ਜਾ ਸਕਦਾ। ਜ਼ੋਰ ਨਾ ਜੀਵਨ, ਜਿੰਦੇ ਜੀ ਬਿਨਾਂ ਨਾਮ ਦੇ ਅਕਾਲ ਪੁਰਖ ਨਾਲ ਜੁੜਿਆ ਨਹੀਂ ਜਾ ਸਕਦਾ। ਮਰਨ ਉਪਰੰਤ ਵੀ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਮਰਨ ਨਾ ਜ਼ੋਰ, ਜ਼ੋਰ ਨਾ ਰਾਜ, ਮਾਲ ਮਨ ਸੋਰ। ਸੁਰਤ ਪ੍ਰਭੂ ਨਾਲ ਜੁੜ ਨਹੀਂ ਸਕਦੀ ਜਦ ਤੱਕ ਮਨ ਰਾਜ ਮਾਲ ਦੇ ਰੌਲੇ ਦੇ ਵਿੱਚ ਮਸਤ ਹੈ। ਜ਼ੋਰ ਨਾ ਰਾਜ ਮਾਲ ਮਨ ਸ਼ੋਰ, ਜਦੋਂ ਤੱਕ ਅੰਦਰ ਇਹ ਰੌਲਾ ਹੈ, ਇਹ ਸ਼ੋਰ ਹੈ ਕਿ ਮੈਂ ਜੀ ਗੁਰਦੁਆਰੇ ਦਾ ਪ੍ਰਧਾਨ ਬਣ ਜਾ, ਉਹਦੇ ਬਾਅਦ ਮੈਂ ਫਿਰ ਕਾਉਂਸਲਰ ਬਣ ਜਾ, ਉਹਦੇ ਬਾਅਦ ਫਿਰ ਮੈਂ ਮੇਅਰ ਬਣ ਜਾ, ਫਿਰ ਮੈਂ ਮੈਂਬਰ ਪਾਰਲੀਮੈਂਟ ਬਣ ਜਾ, ਆ ਜੀ ਫਿਰ ਸਾਡਾ ਰਾਜ ਹੋ ਜੇ ਜੀ, ਰਾਜ ਕਾਇਮ ਕਰਨਾ ਜੀ ਅਸੀਂ। ਕਈ ਲੋਕ ਇੱਧਰ ਹੀ ਲੱਗੇ, ਆਪਣਾ ਰਾਜ ਕਾਇਮ ਕਰਨ ਲੱਗੇ ਆ। ਮਾਲ, ਇਹ ਸਾਰਾ ਧਨ ਮਾਲ ਦਾ ਜ਼ਿਕਰ ਹੈ। ਸੁਰਤ ਅਕਾਲ ਪੁਰਖ ਨਾਲ ਨਹੀਂ ਜੁੜ ਸਕਦੀ ਜਦੋਂ ਤੱਕ ਮਨ ਰਾਜ ਮਾਲ ਦੇ ਰੌਲੇ ਦੇ ਵਿੱਚ ਮਸਤ ਹੈ। ਜਦੋਂ ਤੱਕ ਮਨ ਇਸ ਰੌਲੇ ਚੋਂ ਬਾਹਰ ਨਹੀਂ ਆਉਂਦਾ, ਪਰਮਾਤਮਾ ਨਾਲ ਨਹੀਂ ਜੁੜਿਆ ਜਾ ਸਕਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜਦੋਂ ਤੱਕ ਅਧਿਆਤਮਕ ਗਿਆਨ ਵਿਵੇਕੀ ਹੋ ਕੇ ਬੰਦਗੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੁਰਤ ਦਾ ਰੱਬ ਨਾਲ ਜੁੜਨਾ ਸੰਭਵ ਨਹੀਂ। ਜ਼ੋਰ ਨਾ ਸੁਰਤੀ ਗਿਆਨੇ ਵਿਚਾਰੇ, ਗਿਆਨ ਨੂੰ ਵਿਚਾਰਨਾ ਪਊਗਾ, ਕਿਉਂਕਿ ਗਿਆਨ ਗੁਰੂ ਹੈ। ਪੁੱਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਪਾਵੈ ਗੁਣ, ਸਾਧ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਹ ਬ੍ਰਹਮ ਗਿਆਨ ਦੇ ਨਾਲ ਜੁੜਨਾ ਪਊਗਾ। ਗਿਆਨ ਹੀ ਸਾਨੂੰ ਟੀਚ ਕਰੂ, ਗਿਆਨ ਹੀ ਸਾਨੂੰ ਪੜ੍ਹਾਊਗਾ। ਔਰ ਉਹੀ ਗਿਆਨ ਕਹਿ ਰਿਹਾ ਜ਼ੋਰ ਨਾ ਸੁਰਤੀ। ਸੁਰਤ ਰੱਬ ਨਾਲ ਨਹੀਂ ਜੁੜੇਗੀ ਜਦੋਂ ਤੱਕ ਉਸ ਬ੍ਰਹਮ ਗਿਆਨ ਨੂੰ ਵਿਵੇਕ ਹੋ ਕੇ ਬੰਦਗੀ ਨਹੀਂ ਕੀਤੀ ਜਾਂਦੀ, ਵਿਵੇਕ ਬੁੱਧ ਦੇ ਨਾਲ ਬੰਦਗੀ ਨਹੀਂ ਕੀਤੀ ਜਾਂਦੀ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਕਿਸੇ ਵੀ ਮਰਿਆਦਾ, ਜੁਗਤ ਦਾ ਮਤਲਬ ਇੱਥੇ ਮਰਿਆਦਾ ਹੈ, ਕੋਡ ਆਫ ਕੰਡਕਟ ਜਿਹਨੂੰ ਕਹਿ ਦਿੰਦੇ ਆ। ਇਹਦਾ ਇੱਕ ਹੋਰ ਵਰਡ ਹੈ ਜੁਗਾੜ, ਕਿ ਆਹ ਕਰ ਲਓ, ਏਦਾਂ ਚੀਜ਼ ਨੂੰ ਫੋਲੋ ਕਰ ਲਓ। ਸਿੱਧਾ ਹੀ ਸਿੱਧਾ ਇਹਦਾ ਮੀਨਿੰਗ ਨਿਕਲਦਾ ਜੀ ਮਰਿਆਦਾ, ਸੰਜਮ। ਕਿਸੇ ਵੀ ਮਰਿਆਦਾ ਦੇ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਜਿਹੜੀ ਵੀ ਮਰਿਆਦਾ ਬਣਾਉਣੀ ਬਣਾ ਕੇ ਦੇਖ ਲਓ, ਉਹਨੂੰ ਫੋਲੋ ਕਰ ਲਓ, ਡਟ ਕੇ ਫੋਲੋ ਕਰ ਲਓ। ਕਹਿੰਦੇ ਆ ਗੋਰੇ ਕਹਿੰਦੇ ਹੁੰਦੇ ਰਿਲੀਜੀਅਸਲੀ ਫੋਲੋ ਕਰ ਲਓ, ਪਰ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ, ਕਿਉਂਕਿ ਉਹ ਕਹਿੰਦੇ ਮਿਲਾਪ ਹੋਣਾ ਹੀ ਨਾਮ ਨੂੰ ਕਹਿ ਕੇ। ਜ਼ੋਰ ਨਾ ਜੁਗਤੀ, ਕਿਸੇ ਵੀ ਕੋਡ ਆਫ ਕੰਡਕਟ ਨੂੰ ਫੋਲੋ ਕਰਕੇ ਪਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਛੁੱਟਿਆ ਸੰਸਾਰ, ਨਾ ਹੀ ਮਾਇਆ ਤੋਂ ਛੁੱਟਿਆ ਜਾ ਸਕਦਾ। ਜਿਸ ਹੱਥ ਜੋਰ ਕਰ ਵੇਖਿਆ ਸੋਏ, ਪ੍ਰਭੂ ਹੀ ਜੋੜਨ ਦਾ ਵਸੀਲਾ ਬਣਦਾ ਹੈ।
ਤੇ ਕੇਵਲ ਪ੍ਰਮਾਤਮਾ ਹੀ ਗੁਰ ਪ੍ਰਸਾਦ ਕਰਦਾ ਹੈ। ਜਿਸ ਹੱਥ ਜੋਰ ਕਰ ਵੇਖੈ, ਖੱਖੇ ਨੂੰ ਦੋ ਲਾਵਾਂ ਆ ਗਈਆਂ, ਕਹਿੰਦੇ ਇਵੈਲੂਏਟ ਕਰਕੇ ਦੇਖ ਲਓ, ਛਾਣਬੀਣ ਕਰਕੇ ਦੇਖ ਲਓ। ਜਿਸ ਹੱਥ ਜੋਰ ਕਰ ਵੇਖੈ ਸੋਏ, ਅੰਦਰੇ ਅੰਦਰ ਆਪਣਾ ਐਨਾਲਿਸਿਸ ਅੰਦਰੇ ਕਰਨਾ। ਇਹ ਐਨਾਲਿਸਿਸ ਹੋਇਆ ਕਿ ਅਕਾਲ ਪੁਰਖ ਹੀ ਜੋੜਨ ਦਾ ਵਸੀਲਾ ਬਣਦਾ ਹੈ ਅਤੇ ਕੇਵਲ ਅਕਾਲ ਪੁਰਖ ਹੀ ਗੁਰ ਪ੍ਰਸਾਦ ਕਰਦਾ ਹੈ। ਨਾਨਕ ਜੋਤ ਆਖਦੀ ਹੈ ਨੀਵਾਂ ਹੋਣਾ, ਇੱਥੇ ਵੀ ਬੜਾ ਭੁਲੇਖਾ, ਨਾਨਕ ਉੱਤਮ ਨੀਚ ਨਾ ਕੋਏ। ਇਹ ਕੀ ਕਹਿੰਦੇ ਆ, ਨਾਨਕ ਉੱਤਮ ਨੀਚ ਨਾ ਕੋਏ। ਇਹ ਕਹਿੰਦੇ ਨੇ ਆਪਣੇ ਆਪ ਵਿੱਚ ਨਾ ਕੋਈ ਮਨੁੱਖ ਉੱਤਮ ਹੈ ਤੇ ਨਾ ਕੋਈ ਨੀਚ ਹੈ। ਅੱਛਾ, ਹੁਣ ਇੱਥੇ ਨਿਕਲ ਕੀ ਰਿਹਾ, ਮੀਨਿੰਗ ਆ ਕੀ ਰਿਹਾ ਇੱਥੇ? ਕਹਿੰਦੇ ਨਾਨਕ ਜੋਤ ਆਖਦੀ ਹੈ ਨੀਵਾਂ ਹੋਣਾ ਜਾਂ ਉੱਚਾ ਹੋਣਾ ਪ੍ਰਭੂ ਨਾਲ ਜੁੜਨ ਦਾ ਕੋਈ ਸੰਬੰਧ ਨਹੀਂ। ਨੀਵਾਂ ਬੰਦਾ ਵੀ ਜੁੜ ਸਕਦਾ, ਭਗਤ ਦੇਖ ਲਓ, ਭਗਤ ਨਾਮਦੇਵ ਜੀ ਦੇਖ ਲਓ, ਭਗਤ ਕਬੀਰ ਜੀ ਦੇਖ ਲਓ, ਭਗਤ ਰਵਿਦਾਸ ਜੀ ਦੇਖ ਲਓ। ਉਧਰੋਂ ਉੱਚਾ ਬੰਦਾ ਪਾਤਸ਼ਾਹੀਆਂ ਦੇਖ ਲਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇਖ ਲਓ। ਉੱਤਮ ਨੀਚ ਦਾ ਕੋਈ ਸਵਾਲ ਨਹੀਂ ਹੈ ਕਿ ਗਰੀਬ ਨਹੀਂ ਜੁੜ ਸਕਦਾ ਜਾਂ ਅਮੀਰ ਨਹੀਂ ਜੁੜਨਾ। ਕਹਿੰਦੇ ਨਹੀਂ, ਨੀਵਾਂ ਹੋਣਾ ਜਾਂ ਉੱਚੇ ਹੋਣ ਦਾ ਅਕਾਲ ਪੁਰਖ ਦੇ ਨਾਲ ਜੁੜਨ ਦਾ ਕੋਈ ਸਬੰਧ ਨਹੀਂ ਹੈ। ਉਹ ਤੇ ਪਤਾ ਹੀ ਹੈ ਵੀ ਅਕਾਲ ਪੁਰਖ ਦੇ ਬੰਦੇ ਆ ਅਸੀਂ ਸਾਰੇ, ਕੋਈ ਨੀਵਾਂ ਨਹੀਂ। ਤੇ ਇਹ ਤੇ ਇੱਕ ਜਰਨਲ ਗੱਲ ਹੈ ਤੇ ਆਮ ਸਾਰੇ ਕਹੀ ਫਿਰਦੇ। ਬਾਬੇ ਨਾਨਕ ਨੇ ਕੀ ਕਿਹਾ ਇੱਥੇ? ਜੁੜਨ ਦੀ ਗੱਲ ਕਰ ਰਹੇ ਆ, ਉੱਤੇ ਸਾਰਾ ਪਤਾ ਵਿਚਾਰੋ। ਆਪਾਂ ਵਿਚਾਰ ਕੇ ਵੀ ਆਏ ਆ। ਇਹ ਉਸ ਕੰਟੈਕਸਟ ਦੇ ਵਿੱਚ ਗੱਲ ਹੋਏਗੀ। ਨਾਨਕ ਜੋਤ ਆਖਦੀ ਹੈ ਕਿ ਨੀਵਾਂ ਹੋਣਾ ਜਾਂ ਉੱਚੇ ਹੋਣ ਦਾ ਪ੍ਰਭੂ ਨਾਲ ਜੁੜਨ ਦਾ ਕੋਈ ਸੰਬੰਧ ਨਹੀਂ ਹੈ। ਇੱਕ ਵਾਰ ਫੇਰ ਇਹਨੂੰ ਸਮਰਾਈਜ਼ ਕਰ ਲਈਏ ਆਪਾਂ ਸਾਰੇ। ਆਖਣ ਜੋਰ ਚੁੱਪੇ ਨਾ ਜੋਰ, ਨਾਮ ਜਪ ਕੇ ਹੀ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ। ਮੌਨ ਅਵਸਥਾ ਵਿੱਚ ਪ੍ਰਭੂ ਦਾ ਮਿਲਾਪ ਸੰਭਵ ਨਹੀਂ ਹੈ। ਜੋਰ ਨਾ ਮੰਗਣ ਦੇਣ ਨਾ ਜੋਰ, ਪ੍ਰਭੂ ਨਾਲ ਜੁੜਨ ਦੀ ਖੈਰ ਨਹੀਂ ਮਿਲ ਸਕਦੀ। ਦਾਨ ਆਦ ਕਰਕੇ ਵੀ ਪ੍ਰਭੂ ਨਾਲ ਜੁੜਿਆ ਨਹੀਂ ਜਾ ਸਕਦਾ। ਜੋਰ ਨਾ ਜੀਵਨ, ਮਰਨ ਨਾ ਜੋਰ, ਜੀਂਦੇ ਜੀ ਬਿਨਾਂ ਨਾਮ ਦੇ ਪ੍ਰਭੂ ਨਾਲ ਜੁੜਿਆ ਨਹੀਂ ਜਾ ਸਕਦਾ। ਮਰਨ ਉਪਰੰਤ ਵੀ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਜੋਰ ਨਾ ਰਾਜ, ਮਾਲ ਮਨ ਸੋਰ, ਸੁਰਤ ਪ੍ਰਭੂ ਨਾਲ ਜੁੜ ਨਹੀਂ ਸਕਦੀ ਜਦ ਤੱਕ ਮਨ ਰਾਜ ਮਾਲ ਦੇ ਰੌਲੇ ਚੋਂ ਬਾਹਰ ਨਹੀਂ ਆਉਂਦਾ। ਜੋਰ ਨਾ ਸੁਰਤੀ, ਗਿਆਨ ਵਿਚਾਰ, ਜਦੋਂ ਤੱਕ ਅਧਿਆਤਮਕ ਗਿਆਨ ਵਿਵੇਕੀ ਹੋ ਕੇ ਬੰਦਗੀ ਭਗਤੀ ਭਜਨ ਨਹੀਂ ਕੀਤਾ ਜਾਂਦਾ, ਤਦੋਂ ਤੱਕ ਸੁਰਤ ਦਾ ਰੱਬ ਨਾਲ ਜੁੜਨਾ ਸੰਭਵ ਨਹੀਂ ਹੈ। ਜੋਰ ਨਾ ਜੁਗਤੀ, ਛੁੱਟੈ ਸੰਸਾਰ, ਕੋਈ ਮਰਿਆਦਾ ਅਕਾਲ ਪੁਰਖ ਨਾਲ ਨਹੀਂ ਜੋੜ ਸਕਦੀ, ਪ੍ਰਭੂ ਦਾ ਮਿਲਾਪ ਨਹੀਂ ਕਰਾ ਸਕਦੀ ਅਤੇ ਨਾ ਹੀ ਉਹਨੂੰ ਫਾਲੋ ਕਰਕੇ ਮਾਇਆ ਤੋਂ ਛੁੱਟਿਆ ਜਾ ਸਕਦਾ। ਜੋਰ ਨਾ ਜੁਗਤੀ, ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਪ੍ਰਭੂ ਹੀ ਜੋੜਨ ਦਾ ਵਸੀਲਾ ਹੈ ਤੇ ਕੇਵਲ ਰੱਬ ਹੀ ਗੁਰ ਪ੍ਰਸਾਦ ਕਰਦਾ। ਇਹ ਐਨਾਲਿਸਿਸ ਕਰਕੇ ਦੇਖ ਲਓ, ਇਵੈਲੂਏਟ ਕਰਕੇ ਦੇਖ ਲਓ। ਤੇ ਨਾਨਕ ਜੋਤ ਆਖਦੀ ਹੈ ਨੀਵਾਂ ਹੋਣਾ ਜਾਂ ਉੱਚਾ ਹੋਣਾ ਪ੍ਰਭੂ ਨਾਲ ਜੁੜਨ ਦਾ ਕੋਈ ਸੰਬੰਧ ਨਹੀਂ ਰੱਖਦਾ। ਇੱਥੇ ਆਪਾਂ ਅੱਜ ਆਪਣੀ ਬੈਠਕ ਦੀ ਸਮਾਪਤੀ ਕਰਦੇ ਹਾਂ, ਕਿਉਂਕਿ ਅਗਲਾ ਜਿਹੜਾ ਪਦਾ ਹੈ ਉਹਦਾ ਜਿਹੜਾ ਸੰਬੰਧ ਹੈ ਉਹ ਖੰਡਾਂ ਦੇ ਨਾਲ ਸ਼ੁਰੂ ਹੋ ਜਾਂਦਾ, ਟੌਪਿਕ ਵੱਖਰਾ ਸ਼ੁਰੂ ਹੋ ਜਾਂਦਾ। ਇਹ ਅਸੀਂ ਸੋਚਿਆ ਤੇ ਸੀ ਪਹਿਲਾਂ ਕਰੀਏ, ਪਰ ਇਹਨੂੰ ਅਸੀਂ ਇਕੱਠਿਆਂ ਹੀ ਕਰਨਾ ਚਾਹੁੰਦੇ ਹਾਂ। ਆਹ ਦੇਖੋ, ਧਰਮ ਖੰਡ ਦਾ ਜ਼ਿਕਰ ਆ ਗਿਆ, ਇੱਥੋਂ ਫਿਰ ਗਿਆਨ ਖੰਡ ਸ਼ੁਰੂ ਹੋ ਜਾਣਾ,
ਅੱਗੇ ਇਹ ਜਿਹੜੀਆਂ ਚੀਜ਼ਾਂ ਨੇ, ਖੰਡਾਂ ਦੀਆਂ ਗੱਲਾਂ, ਆਪਾਂ ਸਾਰਿਆਂ ਨੂੰ ਇਕੱਠਿਆਂ ਹੀ ਕਰਾਂਗੇ, ਤਾਂ ਹੀ ਇਹਦਾ ਆਪਾਂ ਪੂਰਨ ਆਨੰਦ ਲੈ ਸਕਾਂਗੇ ਵਿਚਾਰ ਦਾ। ਸੋ ਆਪਾਂ ਹਾਲੀ ਇੱਥੇ ਜਿਹੜਾ ਪਿਛਲਾ ਪਦਾ ਹੈ, ਪਦਾ ਨੰਬਰ 33 ਤੇ ਆਪਾਂ ਅੱਜ ਆਪਣੀ ਬੈਠਕ ਜਿਹੜੀ ਹੈ ਕਰ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,